ਪੋਹ ਦੇ ਮਹੀਨੇ ਦੁਆਰਾ, ਪੋਖ ਦੇ ਮਹੀਨੇ ਦੁਆਰਾ ਜੋ ਉਪਦੇਸ਼ 12 ਮਹਾ ਬਾਝ ਦੀ ਪਾਵਨ ਅੰਮ੍ਰਿਤ ਬਾਣੀ ਚੋਂ ਸਾਹਿਬ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬਖਸ਼ਿਸ਼ ਕੀਤੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸੁਰਤ ਪੰਜਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਗੁਰਦੁਆਰਾ ਮੰਜੀ ਸਾਹਿਬ ਵਿਖੇ, ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਬਾਹਰ ਪਾਲਕੀ ਬਣੀ ਹੋਈ ਬੜੀ ਸੁੰਦਰ, ਦਰਵਾਜ਼ੇ ਦੀ ਐਂਟਰੀ ਵੇਲੇ ਨਾਲ ਨਿਸ਼ਾਨ ਸਾਹਿਬ ਝੂਲਦਾ ਹੈ। ਉਹ ਮੰਜੀ ਹੈ ਜਿੱਥੇ ਬਹਿ ਕੇ ਪਾਤਸ਼ਾਹ ਨੇ ਇਹ ਪਾਵਨ ਬਾਣੀ ਉਚਾਰਨ ਕੀਤੀ ਹੈ। ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਤੁਖਾਰ ਕਹਿੰਦੇ ਐ ਬਰਫ਼ ਨੂੰ। ਬਰਫ਼ ਜਿਵੇਂ ਜੜ ਹੁੰਦੀ ਹੈ ਨਾ, ਤੇ ਤੁਖਾਰ ਸਰਦੀ ਦਾ ਕੀ ਕੰਮ ਹੁੰਦਾ, ਹੱਥ ਪੈਰ ਉਸ ਜਾਡੇ ਦੇ ਨਾਲ, ਸਰਦੀ ਦੇ ਨਾਲ ਸੁੰਨ ਹੋ ਜਾਂਦੇ। ਜਦੋਂ ਬਹੁਤ ਜ਼ਿਆਦਾ ਸੁੰਨ ਹੋ ਜਾਣ ਤੇ ਫਿਰ ਇਹ ਵੀ ਨਹੀਂ ਪਤਾ ਲੱਗਦਾ ਵੀ ਸਰੀਰ ਨਾਲ ਜੁੜੇ ਹੈਣ ਵੀ ਕਿ ਨਹੀਂ, ਜੜ ਹੋ ਜਾਂਦੇ ਹਨ। ਤੁਖਾਰ ਦਾ ਮਤਲਬ ਹੈ ਜੜਤਾਈ, ਬਰਫ਼। ਪਾਤਸ਼ਾਹ ਕਹਿੰਦੇ ਪੋਹ ਦੇ ਮਹੀਨੇ ਵਿੱਚ ਉਹਨਾਂ ਨੂੰ ਮੂਰਖਤਾਈ ਦੀ ਜਿਹੜੀ ਜੜਤਾਈ ਹੈ, ਮੂਰਖਪੁਣਾ, ਜੜਤਾਈ ਨਹੀਂ ਵਿਆਪਦੀ। ਪੁੱਛਿਆ ਜੀ ਕਿਹਨਾਂ ਨੂੰ ਜੜਤਾਈ ਨਹੀਂ ਵਿਆਪਦੀ? ਕੰਠ ਮਿਲਿਆ ਹਰ ਨਾਹੋ, ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਗਲ ਨਾਲ ਮਿਲਿਆ ਹੋਇਆ, ਉਹਨਾਂ ਨੂੰ ਪੋਹ ਦੇ ਮਹੀਨੇ ਦਾ ਤੁਖਾਰ, ਪੋਹ ਦੇ ਮਹੀਨੇ ਦੀ ਜੜਤਾਈ ਨਹੀਂ ਵਿਆਪਦੀ। ਉਹ ਜੜ ਨਹੀਂ ਹੁੰਦੇ, ਉਹਨਾਂ ਦੀਆਂ ਸੁਰਤੀਆਂ ਜੜ ਨਹੀਂ ਹੁੰਦੀਆਂ, ਉਹ ਚੇਤਨ ਹੁੰਦੇ ਆ, ਸਾਵਧਾਨ ਹੁੰਦੇ ਆ, ਜਿਹੜੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗਲ ਨਾਲ ਮਿਲੇ ਹੋਏ ਨੇ। ਠੰਡੇ ਬੁਰਜ ਵਿੱਚ ਠੰਡੀਆਂ ਹਵਾਵਾਂ ਚੱਲਦੀਆਂ ਨੇ, ਲਾਗੇ ਇੱਕ ਛੋਟੀ ਜੀ ਨਹਿਰ ਵਗਦੀ ਹੈ ਠੰਡੇ ਬੁਰਜ ਦੇ। ਉਸ ਨਹਿਰ ਦੇ ਪਾਣੀ ਨਾਲ ਹਵਾ ਛੂਹ ਕੇ ਆਉਂਦੀ ਹੈ। ਜਦੋਂ ਤਨ ਨੂੰ ਉਸ ਹਵਾ ਦਾ ਬੁੱਲਾ ਲੱਗਦਾ ਹੈ, ਸਰੀਰ ਦੇ ਹੱਡਾਂ ਦੇ ਵਿੱਚੋਂ ਦੀ ਨਿਕਲਦੀ ਹੈ। ਤਨ ਨੇ ਗੁਰੂ ਕੇ ਲਾਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਆਪਣੀ ਦਾਦੀ ਮਾਂ ਮਾਤਾ ਗੁਜਰੀ ਦੀ ਛਾਤੀ ਨਾਲ ਲੱਗੇ ਨੇ ਤੇ ਕਲਗੀਧਰ ਦੇ ਸ਼ੁਕਰ ਦੇ ਰੰਗਾਂ ਵਿੱਚ ਰੰਗੇ ਹੋਏ ਨੇ। ਉਹ ਤੁਖਾਰ, ਉਹ ਸ਼ੀਤ ਲਹਿਰਾਂ ਉਹਨਾਂ ਨੂੰ ਨਹੀਂ ਪਿਆ ਵਿਆਪਦੀਆਂ, ਫਿਰ ਵੀ ਅਡੋਲ ਨੇ। ਇਹ ਪ੍ਰਤੱਖ ਰੂਪ ਦੇ ਵਿੱਚ ਵੀ ਹੈ। ਸਾਲ ਦੇ 7-8 ਮਹੀਨੇ ਲਗਾਤਾਰ ਨਿਰੰਤਰ ਜਿੱਥੇ ਬਰਫ਼ ਪੈਂਦੀ, ਫਿਰ ਉਹ 3-4 ਮਹੀਨੇ ਢਲਦੀ ਹੈ। ਉੱਥੇ ਸੈਂਕੜੇ ਸਾਲਾਂ ਤੱਕ ਦੁਸ਼ਟ ਦਮਨ ਦੇ ਰੂਪ ਵਿੱਚ ਹੇਮਕੁੰਡ ਪਰਬਤ ਤੇ ਕਲਗੀਧਰ ਸਵਾਮੀ ਤਪ ਸਾਧਨਾ ਕਰਦੇ ਹੈ। ਉਹ ਤੁਖਾਰ ਨਹੀਂ ਵਿਆਪਦੀ, ਕਿਉਂਕਿ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗਲ ਨਾਲ ਮਿਲੇ ਹੋਏ ਹੈ। ਇਹ ਪ੍ਰਮਾਣ ਹੈ ਪ੍ਰਤੱਖ ਕਿ ਇਸੇ ਤਰ੍ਹਾਂ ਜਿਹੜੀ ਅੰਦਰ ਜੜਤਾਈ ਹੈ ਨਾ, ਜੜਪੁਣਾ, ਜਿਹਨੂੰ ਆਪਾਂ ਮੂਰਖਤਾਈ ਕਹਿੰਦੇ ਆ, ਜਿਹਨੂੰ ਆਪਾਂ ਮੁਗਧਤਾਈ ਕਹਿੰਦੇ ਆ, ਜਿਹਨੂੰ ਆਪਾਂ ਸਾਖਤਪੁਣਾ ਕਹਿ ਸਕਦੇ ਹਾਂ, ਜਿਹਨੂੰ ਆਪਾਂ ਮਨਮੁਖਮੁੜਾ ਕਹਿ ਸਕਦੇ ਹਾਂ, ਇਹ ਉਹਨਾਂ ਨੂੰ ਨਹੀਂ ਵਿਆਪਦਾ ਜਿਹੜੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗਲ ਨਾਲ, ਨਿਰੰਕਾਰ ਦੇ ਕੰਠ ਨਾਲ ਲੱਗੇ ਹੋਏ ਹਨ। ਮਨ ਬੇਤਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਜਿਨ੍ਹਾਂ ਦਾ ਮਨ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਬੇਧਿਆ, ਵਿੰਨਿਆ ਹੋਇਆ। ਵਿੰਨੇ ਹੋਏ ਦਾ ਮਤਲਬ ਹੁੰਦਾ ਵੀ ਇੱਕ ਮਿਕ ਹੋ ਰਿਹਾ, ਵਿੱਚ ਹੀ ਮਿਲ ਗਿਆ ਹੈ। ਜਿਨ੍ਹਾਂ ਦਾ ਮਨ
ਨਿਰੰਕਾਰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਮਿਲਿਆ ਹੋਇਆ, ਵਿੰਨਿਆ ਹੋਇਆ, ਉਹਨਾਂ ਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨਾਂ ਦਾ ਸਾਖਸ਼ਾਤਕਾਰ ਹੋ ਗਿਆ। ਹਰ ਦਰਸ਼ਨ ਲੱਗੜਾ ਸਾਹੋ, ਹਰੀ ਅਕਾਲ ਪੁਰਖ ਪਰਮੇਸ਼ਰ ਦਾ ਦਰਸ਼ਨ ਆ ਲੱਗਾ ਉਹਨਾਂ ਨੂੰ, ਯਾਨੀ ਕਿ ਹਰੀ ਦੇ ਪ੍ਰਤੱਖ ਦਰਸ਼ਨ ਹੋ ਗਏ ਨੇ ਉਹਨਾਂ ਨੂੰ। ਉਹਨਾਂ ਅੰਦਰ ਹਰੀ ਦਾ ਪ੍ਰਤੱਖ ਸਾਖਸ਼ਾਤਕਾਰ ਹੋ ਗਿਆ, ਜਿਨ੍ਹਾਂ ਦਾ ਮਨ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਮਿਲਿਆ ਹੋਇਆ ਸੀ। ਉਹਨਾਂ ਨੂੰ ਨਿਰੰਕਾਰ ਦੇ ਸਵਰੂਪ ਦਾ ਸਾਖਸ਼ਾਤਕਾਰ ਹੋ ਆਇਆ ਹੈ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਜਿਹੜੇ ਰੱਬ ਦੇ ਪਿਆਰੇ ਨੇ ਉਹ ਗੋਪਾਲ ਰਾਜੇ ਦੀ ਓਟ ਰੱਖਦੇ, ਆਪਣੇ ਹਿਰਦੇ 'ਚ ਉਸ ਗੋਬਿੰਦ ਦੀ ਓਟ ਤੇ ਆਸਰਾ ਰੱਖਦੇ ਹਨ, ਔਰ ਆਪਣੇ ਸੁਆਮੀ ਦੀ ਸੇਵਾ ਦਾ ਲਾਹਾ ਪ੍ਰਾਪਤ ਕਰਦੇ ਨੇ। ਉਹ ਵੱਧ ਤੋਂ ਵੱਧ ਆਪਣੇ ਸੁਆਮੀ ਦੀ ਸੇਵਾ ਦਾ ਲਾਹਾ ਹਾਸਲ ਕਰਦੇ ਹੈ। ਕਹਿੰਦੇ ਲਾਹਾ ਹੈ ਜਿੰਨਾ ਲਿਆ ਜਾ ਸਕਦਾ ਲੈ ਲਓ ਭਾਈ, ਸੇਵਾ ਦਾ ਲਾਹਾ। ਇਹ ਸਰੀਰ ਮਿਲਿਆ ਗੁਰੂ ਖਾਲਸਾ ਜੀ, ਜਿੰਨਾ ਚਿਰ ਚੱਲਦਾ ਹੈ ਇਹਦੇ ਤੋਂ ਓਨਾ ਹੀ ਵੱਧ ਲਾਹਾ ਪ੍ਰਾਪਤ ਕਰੀਏ ਸੇਵਾ ਕਰਕੇ, ਜਿੰਨਾ ਚਿਰ ਚੱਲ ਰਿਹਾ ਹੈ। ਪਾਤਸ਼ਾਹ ਦੇ ਪਿਆਰਿਆਂ ਦੀ ਬਿਰਤੀ ਇਹ ਹੁੰਦੀ ਹੈ, ਉਹ ਕਹਿੰਦੇ ਵੱਧ ਤੋਂ ਵੱਧ ਲਾਹਾ ਲੈ ਲਓ ਭਾਈ, ਵੱਧ ਤੋਂ ਵੱਧ ਸੇਵਾ ਕਰ ਲਓ। ਰੱਬ ਦੇ ਪਿਆਰੇ ਆਪਣੇ ਸੁਆਮੀ ਦੀ ਸੇਵਾ ਦਾ ਲਾਹਾ ਪ੍ਰਾਪਤ ਕਰਦੇ ਹਨ। ਵਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਉਹ ਸਾਧੂਆਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਨੇ, ਤੇ ਰੱਬ ਦੇ ਗੁਣਾਂ ਨੂੰ ਗਾਇਨ ਕਰਦਿਆਂ ਕਿਸੇ ਪ੍ਰਕਾਰ ਦਾ ਵਿਸ਼ਾ, ਕਿਸੇ ਪ੍ਰਕਾਰ ਦਾ ਵਿਕਾਰ ਉਹਨਾਂ ਨੂੰ ਨਹੀਂ ਪਹੁੰਚਦਾ। ਵੇਖਿਆ ਪੋਹੇ ਨਾ ਸਕਈ, ਵਿਸ਼ੇ ਵਿਕਾਰ ਉਹਨਾਂ ਨੂੰ ਨਹੀਂ ਪਹੁੰਚਦੇ, ਉਹਨਾਂ ਤੇ ਨਹੀਂ ਹਾਵੀ ਹੁੰਦੇ। ਕਿਹਨਾਂ ਤੇ ਹਾਵੀ ਨਹੀਂ ਹੁੰਦੇ? ਜਿਹੜੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਜਹ ਤੇ ਉਪਜੇ ਤਹ ਮਿਲੇ, ਸੱਚੇ ਪ੍ਰੀਤ ਸਮਾਹੋ। ਕਹਿੰਦੇ ਜੀਵ ਆਤਮਾ ਜਿੱਥੋਂ ਪੈਦਾ ਹੋਈ ਸੀ, ਉਸੇ ਹਰੀ ਅਕਾਲ ਪੁਰਖ ਪਰਮਾਤਮਾ ਵਿੱਚ ਜਾ ਕੇ ਮਿਲ ਗਈ, ਉਸੇ ਵਿੱਚ ਜਾ ਕੇ ਅਭੇਦ ਹੋ ਗਈ ਜਿੱਥੋਂ ਉਪਜੀ ਸੀ। ਕਹਿੰਦੇ ਜੀ ਕਿਵੇਂ ਮਿਲੀ? ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਸੱਚੀ ਪ੍ਰੀਤ ਨਾਲ ਇਹਦਾ ਸਮਾਹੜਾ ਹੋਇਆ, ਸੱਚੀ ਪ੍ਰੀਤ ਸਮਾਹੋ। ਵਾਹਿਗੁਰੂ ਦੀ ਸੱਚੀ ਪ੍ਰੀਤ ਨਾਲ ਇਹਦਾ ਉਸ ਵਾਹਿਗੁਰੂ ਨਾਲ ਸਮਾਹੜਾ ਹੋ ਗਿਆ, ਉਹਦੇ ਵਿੱਚ ਇਹਦੀ ਸਮਾਈ ਹੋ ਗਈ ਹੈ, ਉਸ ਵਾਹਿਗੁਰੂ ਵਿੱਚ ਇਹਦੀ ਅਭੇਦਤਾ ਹੋ ਗਈ ਹੈ। ਪਰਮੇਸ਼ਰ ਦੀ ਸੱਚੀ ਪ੍ਰੀਤ ਨੂੰ ਧਾਰਨ ਕਰਕੇ ਕਰ ਗਹਿ ਲੀਨੇ ਪਾਰ ਬ੍ਰਹਮ, ਬਾਹੁੜ ਨਾ ਵਿਛੋੜਿਆ ਹੋ। ਇਸ ਜੀਵ ਦੀ ਬੁੱਧੀ ਰੂਪੀ ਬਾਹ ਨੂੰ ਫੜ ਕੇ, ਕਰ ਨਾਮ ਹੈ ਹੱਥ ਦਾ, ਬਾਹ ਦਾ, ਇਹਦੇ ਬੁੱਧੀ ਰੂਪੀ ਕਰ ਨੂੰ ਫੜ ਕੇ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੇ ਨਾਲ ਐਸਾ ਮੇਲ ਕੇ ਅਭੇਦ ਕੀਤਾ, ਐਸਾ ਮੇਲ ਕੇ ਅਭੇਦ ਕੀਤਾ ਕਿ ਹੁਣ ਉਸ ਰੱਬ ਨਾਲ ਮਿਲੀ ਹੋਈ ਦਾ ਮੁੜ ਕੇ ਕਦੇ ਵੀ ਵਿਛੋੜਾ ਨਹੀਂ ਹੋਣਾ। ਬਾਹੁੜ ਨਾ ਵਿਛੜਿਆ ਹੋ, ਹੁਣ ਮੁੜ ਕੇ ਕਦੇ ਇਹਦਾ ਉਹਦੇ ਨਾਲੋਂ ਵਿਛੋੜਾ ਨਹੀਂ ਹੋਣਾ। ਇਹਨੇ ਕਦੇ ਉਹਦੇ ਤੋਂ ਵਿਛੜ ਕੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ, ਕਿਉਂਕਿ ਵਾਹਿਗੁਰੂ ਨੇ, ਪਾਰ ਬ੍ਰਹਮ ਪਰਮੇਸ਼ਵਰ ਨੇ ਇਹਨੂੰ ਸदैवी ਤੌਰ ਤੇ ਆਪਣੇ ਨਾਲ ਮਿਲਾ ਕੇ ਆਪਣੇ ਚ ਭੇਦ ਕਰ ਲਿਆ। ਹੁਣ ਆਵਾ ਗਾਉਣ ਦੇ ਚੱਕਰਾਂ ਵਿੱਚ ਇਹਨੂੰ ਉਹਨੇ ਨਹੀਂ ਭਟਕਾਣਾ। ਬਾਹਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਉਹ ਹਰੀ ਸੱਜਣ ਜੋ ਅਗੰਮ ਹੈ, ਅਗਾਹੋ ਹੈ, ਨਾ ਗਾਇਆ ਜਾਣ ਵਾਲਾ, ਉਹਦੇ ਤੋਂ ਮੈਂ ਵਾਰੇ ਜਾਵਾਂ, ਉਹਦੇ ਤੋਂ ਮੈਂ ਘੁੰਮਾ ਜਾਵਾਂ ਤੇ ਲੱਖਾਂ ਵੇਰੀ ਵਾਰੇ ਜਾਵਾਂ। ਬਾਹਰ ਜਾਓ ਲਖ ਬੇਰੀਆ, ਲੱਖਾਂ ਵੇਰੀ ਉਹਦੇ ਤੋਂ ਵਾਰੇ ਵਾਰੇ ਜਾਵਾਂ। ਇੱਕ ਵਾਰ ਨਹੀਂ ਕਹਿੰਦੇ, ਲੱਖਾਂ ਵੇਰੀ ਹੋਂ ਬਲ ਜਾਈ, ਲੱਖਾਂ ਵੇਰੀ ਉਹਦੇ ਤੋਂ ਬਲਿਹਾਰ ਜਾਵਾਂ, ਜੋ ਹਰੀ
ਅਕਾਲ ਪੁਰਖ ਸਾਰੇ ਸੰਸਾਰ ਦਾ ਸੱਜਣ ਹੈ। ਅਗੰਮ ਜਿਸ ਤੱਕ ਪਹੁੰਚਿਆ ਨਾ ਜਾ ਸਕੇ, ਅਗਾਹੋ ਜਿਸ ਨੂੰ ਗਾਇਆ ਨਾ ਜਾ ਸਕੇ, ਉਹ ਹਰੀ ਸੱਜਣ ਅਕਾਲ ਪੁਰਖ ਤੋਂ ਮੈਂ ਵਾਰੇ ਜਾਵਾਂ, ਕੁਰਬਾਨ ਜਾਵਾਂ। ਧਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆਪਣੇ ਮਾਲਕ ਦੇ ਦਰ ਤੇ ਪਏ ਰਹੋ, ਸ਼ਰਨ ਚ ਆ ਕੇ। ਆਪਣੇ ਮਾਲਕ ਦੀ ਸ਼ਰਨ ਪਏ ਰਹੋਗੇ ਤਾਂ ਮਾਲਕ ਨੂੰ ਸ਼ਰਮ ਆਵੇਗੀ, ਲਾਜ ਆਵੇਗੀ ਵੀ ਮੇਰੀ ਸ਼ਰਨ ਚ ਹੈ, ਮੇਰੀ ਪਨਾਹ ਵਿੱਚ ਹੈ। ਇਉਂ ਸ਼ਰਨ ਚ ਪਏ ਰਹੀਏ ਜਿਵੇਂ ਇੱਕ ਕੂਕਰ ਆਪਣੇ ਸੁਆਮੀ ਦੇ ਦਰ ਨੂੰ ਛੱਡ ਕੇ ਸੱਜੇ ਖੱਬੇ ਨਹੀਂ ਜਾਂਦਾ। ਇਉਂ ਆਪਣੇ ਮਾਲਕ ਦੇ ਚਰਨਾਂ ਵਿੱਚ ਸ਼ਰਨ ਚ ਪਏ ਰਹੀਏ। ਕਹਿੰਦੇ ਜਦੋਂ ਪ੍ਰਭੂ ਦੀ ਸ਼ਰਨ ਪਏ ਰਹੀਏ ਨਾ, ਉਹਦੇ ਦਰਾਂ ਮੂਹਰੇ ਸ਼ਰਨ ਪਏ ਰਹੀਏ, ਤੇ ਫਿਰ ਉਹਨੂੰ ਸ਼ਰਮ ਆਉਂਦੀ ਹੈ, ਉਹਨੂੰ ਲਾਜ ਆਉਂਦੀ ਹੈ। ਸ਼ਰਮ ਪਈ ਨਾਰਾਇਣ, ਨਾਰਾਇਣ ਨੂੰ ਫਿਰ ਸ਼ਰਮ ਲਾਜ ਆ ਗਈ ਕਿ ਮੇਰੀ ਪਨਾਹ ਵਿੱਚ ਆਇਆ, ਮੇਰੀ ਸ਼ਰਨ ਵਿੱਚ ਮੇਰਾ ਆਸਰਾ ਤੱਕ ਕੇ ਆਇਆ, ਇਹਨੂੰ ਮੈਂ ਹੀ ਆਪਣੇ ਕੰਠ ਨਾਲ ਲਾਉਣਾ। ਇਹਨੂੰ ਮੇਰੇ ਤੋਂ ਬਿਨਾਂ ਹੋਰ ਕਿਸੇ ਦੂਜੇ ਦੀ ਓਟ ਨਹੀਂ, ਕਿਸੇ ਹੋਰ ਦੂਜੇ ਦਾ ਆਸਰਾ ਨਹੀਂ ਹੈ। ਇਹਨੂੰ ਕਹਿੰਦੇ ਆ ਵੀ ਆਪਣੇ ਪ੍ਰਭੂ ਦਾ ਦਰ ਨਹੀਂ ਛੱਡਣਾ, ਆਪਣੇ ਪ੍ਰਭੂ ਦੇ ਦਰ ਤੋਂ ਕਦੇ ਪਾਸੇ ਨਹੀਂ ਹੋਣਾ, ਦਰ ਕਿਨਾਰ ਨਹੀਂ ਹੋਣਾ। ਆਪਣੇ ਮਾਲਕ ਦੇ, ਆਪਣੇ ਸੁਆਮੀ ਦੇ ਦਰ ਦੇ ਉੱਤੇ ਹਮੇਸ਼ਾ ਰਾਤ ਦਿਵਸ ਕੂਕਦੇ ਰਹਿਣਾ, ਕੂਕਦੇ ਰਹਿਣਾ। ਤੇ ਰਾਤ ਦਿਵਸ ਦੇ ਕੂਕਣ ਨਾਲ ਕਦੇ ਐਸਾ ਦਿਨ ਆਵੇਗਾ ਜਦੋਂ ਸਾਡੀ ਪੁਕਾਰ ਸੁਣੇਗਾ ਤੇ ਸਾਨੂੰ ਆਪਣੇ ਕੰਠ ਨਾਲ ਲਾ ਲਵੇਗਾ, ਆਪਣੇ ਗਲ ਨਾਲ ਲਾ ਲਵੇਗਾ। ਭਾਈ ਮੰਝ ਦੀ ਉਹ ਪੁਕਾਰ ਮੇਰੇ ਸਾਹਿਬ ਨੇ ਸੁਣ ਲਈ ਤੇ ਕੰਠ ਨਾਲ ਲਾ ਲਿਆ, ਔਰ ਐਸਾ ਕੰਠ ਨਾਲ ਲਾਇਆ। ਖਾਲਸਾ ਜੀ, ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਵੀ ਨਾ ਪਰਖ ਕਰਦੇ ਆ ਵੀ ਕਿਹੜਾ ਕਿਤਨੀ ਕੁ ਅਡੋਲਤਾ, ਕਿਤਨਾ ਕੁ ਪਰਪੱਕ ਨਿਸ਼ਚਾ ਰੱਖ ਕੇ ਬਹਿੰਦਾ। ਧਰਮ ਸਥਾਨਾਂ ਦੇ ਉੱਤੇ ਜਿਹੜਾ ਪ੍ਰਸ਼ਾਦ ਵਰਤਦਾ ਹੈ, ਉਹ ਸਮਾਪਤੀ ਤੇ ਹੀ ਕਿਉਂ ਵਰਤਦਾ? ਵਿੱਚ ਵੀ ਤਾਂ ਵਰਤਾ ਸਕਦੇ ਆ। ਸੰਗਤ ਬੈਠੀ ਹੋਵੇ, ਦੀਵਾਨ ਦੀ ਸਮਾਪਤੀ ਹੁੰਦੀ, ਅਰਦਾਸ ਹੁੰਦੀ, ਫਿਰ ਪ੍ਰਸ਼ਾਦ ਵਰਤਾਇਆ ਜਾਂਦਾ। ਉਹਦਾ ਮਤਲਬ ਕੀ ਹੈ? ਉਹਦੇ ਪਿੱਛੇ ਵੀ ਤਾਤ ਪਰਜ ਹੈ ਵੀ ਕਿਤਨੀ ਸਥਿਰਤਾ ਸਹਿਤ ਘੰਟਾ, 2 ਘੰਟੇ, 3 ਘੰਟੇ ਬੈਠਾ, ਬੈਠਣ ਤੋਂ ਬਾਅਦ ਕਿਤਨੀ ਕੁ ਅਡੋਲਤਾ ਦੇ ਸਹਿਤ ਜਦੋਂ ਇਹਨੇ ਆਪਣੀ ਕਾਹਲ ਨਹੀਂ ਵਿਖਾਈ, ਚੰਚਲਤਾ ਹੀ ਨਹੀਂ ਵਿਖਾਈ, ਫਿਰ ਉਸ ਪ੍ਰਸਾਦ ਦਾ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਪ੍ਰਸਾਦ ਨਾਮ ਕਿਰਪਾ ਦਾ ਹੈ ਤੇ ਕਿਰਪਾ ਹਮੇਸ਼ਾ ਅੰਤਲੇ ਪਲਾਂ ਦੇ ਉੱਤੇ, ਜਦੋਂ ਬਸ ਵੇਖਣਾ, ਬਸ ਹੁਣ ਡਿੱਗ ਗਏ ਨੇ ਖੂਹ ਦੇ ਵਿੱਚ, ਰਾਤ ਸਾਰੀ ਬੀਤ ਗਈ ਹੈ, ਨਹੀਂ ਡੋਲਿਆ, ਅਡੋਲ ਖਲੋਤਾ ਰਿਹਾ, ਸਿਰ ਦੇ ਉੱਤੇ ਲੱਕੜ ਦੀ ਪੰਡ ਹੈ, ਸਵੇਰੇ ਲੋਹ ਨਹੀਂ ਲੱਗਣ ਦਿੱਤੀ। ਪੰਜਵੇਂ ਪਾਤਸ਼ਾਹ ਦੌੜੇ ਆਏ ਨੇ ਤੇ ਆਪਣੇ ਸੇਵਕ ਨੂੰ ਖੂਹ ਚੋਂ ਕੱਢ ਕੇ ਆਪਣੇ ਗਲ ਨਾਲ ਲਾ ਲੈਂਦੇ ਆ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕਾਂ ਦੀ ਪੱਤ ਰੱਖਦੇ। ਮਾਰਕੰਡੇ ਰਿਸ਼ੀ ਦਾ ਜ਼ਿਕਰ ਆਉਂਦਾ ਨਾ ਗੁਰਬਾਣੀ ਵਿੱਚ, ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ, ਮਾਰਕੰਡੇ ਤਿਹ ਕੋ ਅਧਿਕਾਈ। ਮਾਰਕੰਡੇ ਦੀ ਉਮਰ ਬੜੀ ਲੰਮੀ ਉਮਰ। ਕਹਿੰਦੇ ਜਦੋਂ ਮਾਰਕੰਡੇ ਦਾ ਜਨਮ ਹੋਣਾ ਸੀ ਨਾ, ਇਹਦੇ ਪਿਤਾ ਨੇ ਆਰਾਧਨਾ ਕੀਤੀ ਵੀ ਮੇਰੇ ਘਰ ਸੰਤਾਨ ਹੋਵੇ। ਬਹੁਤ ਸਾਲ ਬੀਤ ਗਏ, ਸ਼ਿਵ ਪ੍ਰਸੰਨ ਹੋਏ ਤੇ ਕਹਿਣ ਲੱਗੇ ਵੀ 2 ਤਰ੍ਹਾਂ ਦੇ ਬਾਲਕ ਹੋਣਗੇ। ਇੱਕ ਬਾਲਕ ਜਿਸ ਦੀ ਉਮਰ ਕੇਵਲ 5 ਬਰਸ ਦੀ ਹੋਵੇਗੀ, ਪਰ ਉਹਦੇ ਨਾਲ ਤੂੰ ਸੁਖੀ ਹੋਵੇਂਗਾ, ਆਨੰਦਿਤ ਹੋਵੇਂਗਾ। ਇੱਕ ਬਾਲਕ ਐਸਾ ਹੋਵੇਗਾ, ਉਮਰ ਤਾਂ ਉਹਦੀ ਲੰਮੀ ਹੋਵੇਗੀ, ਪਰ ਸਾਰੀ ਜ਼ਿੰਦਗੀ ਤੈਨੂੰ ਦੁੱਖ ਦਿੰਦਾ ਰਹੇਗਾ। ਦੱਸ ਤੂੰ ਚੁਣ, ਤੂੰ ਕਿਹੋ ਜਿਹਾ ਪੁੱਤਰ ਚਾਹੁੰਦਾ?
ਉਹਨੇ ਆਖਿਆ ਵੀ ਜਿਹੜੇ ਪੁੱਤਰ ਨੇ ਦੁੱਖ ਹੀ ਦੇਣਾ ਜੰਮ ਕੇ, ਉਹਦੇ ਨਾਲੋਂ ਤਾਂ ਉਹ ਪੁੱਤਰ ਚਾਹੀਏ ਜਿਹਦੀ ਉਮਰ ਭਾਵੇਂ ਛੋਟੀ ਹੋਵੇ, ਸੁੱਖ ਤਾਂ ਦੇਗਾ। ਕਹਿੰਦਾ ਜੀ ਜਿਸ ਦੀ 5 ਬਰਸ ਦੀ ਉਮਰ ਹੋਵੇ। ਬਾਲਕ ਦਾ ਜਨਮ ਹੋ ਗਿਆ, ਨਾਮ ਰੱਖਿਆ ਮਾਰਕੰਡਾ। ਜਿਵੇਂ ਜਿਵੇਂ ਵੱਡਾ ਹੁੰਦਾ ਚਲਿਆ ਜਾਏ, ਪਿਤਾ ਨੂੰ ਚਿੰਤਾ ਵੀ 5 ਬਰਸ ਪੂਰੇ ਹੋਣ ਵਾਲੇ ਆ। 3.5 ਸਾਲ ਦੀ ਉਮਰ ਦਾ ਜਦੋਂ ਬਾਲਕ ਹੋ ਗਿਆ, ਇਹਨੇ ਆਖਿਆ ਕੀ ਕਰਾਂ। ਕਿਸੇ ਆਖਿਆ ਸਾਧੂਆਂ ਦੀ ਸੰਗਤ ਕਰ, ਉਹਨਾਂ ਦੀ ਸੇਵਾ ਕਰ, ਇਸ ਬਾਲਕ ਨੂੰ ਉਹਨਾਂ ਦੀ ਸੇਵਾ ਵਿੱਚ ਲਾ, ਉਹ ਮਹਾਂਪੁਰਸ਼ ਬਚਨ ਕਰਨਗੇ, ਚਿਰੰਜੀਵੀ ਹੋ ਜਾਏਗਾ, ਉਹ ਵਰ ਦੇਣਗੇ। ਕਹਿੰਦਾ ਜੀ ਇਹੋ ਜਿਹਾ ਪੂਰਨ ਸਾਧੂ ਹੁਣ ਮੈਂ ਲੱਭਾਂ ਕਿੱਥੋਂ। ਕਹਿੰਦੇ ਜਿਹੜਾ ਆਵੇ ਸਭ ਦੀ ਸੇਵਾ ਕਰੀ ਚੱਲ, ਕਦੇ ਤਾਂ ਕੋਈ ਪੂਰਨ ਆਏਗਾ ਨਾ। ਲੱਗ ਗਿਆ, ਬਹੁਤ ਸਾਰੇ ਸਾਧੂਆਂ ਦੀ ਸੇਵਾ ਕਰਿਆ ਕਰੇ। ਸਾਲ ਭਰ ਦਾ ਸਮਾਂ ਬੀਤ ਗਿਆ। 4.5 ਬਰਸ ਦਾ ਬਾਲਕ ਵੇਖ ਕੇ ਬੜਾ ਸੁੰਦਰ, ਪਰ ਨਾਲ ਨਾਲ ਦੁੱਖ, ਸੁੱਖ ਵੀ ਹੈ ਦੁੱਖ ਵੀ ਹੈ ਵੀ ਹੁਣ 5 ਸਾਲ ਪੂਰੇ ਹੋਣ ਵਾਲੇ ਆ। ਬਹੁਤ ਸਾਰੇ ਸਾਧੂਆਂ ਦੀ ਸੇਵਾ ਕੀਤੀ, ਸਭ ਕਹਿ ਜਾਣ ਚਿਰੰਜੀਵੀ, ਪਰ ਗੱਲ ਨਾ ਬਣੇ। ਇੱਕ ਦਿਨ ਉਹ ਦਿਨ ਆ ਗਿਆ ਜਿਸ ਦਿਨ ਸਪਤ ਰਿਸ਼ੀ ਆਏ ਇਕੱਠੇ ਹੋ ਕੇ। ਇਸ ਬਾਲਕ ਨੇ ਸੇਵਾ ਕੀਤੀ, ਉਹਨਾਂ ਦੇ ਹੱਥ ਧੁਆਏ। ਉਹਨਾਂ ਸਪਤ ਰਿਸ਼ੀਆਂ ਨੇ ਵਰ ਦਿੱਤਾ, ਚਿਰੰਜੀਵੀ ਭਵ। ਇਹਦੇ ਝੱਟ ਚਰਨ ਫੜ ਲਏ ਵੀ ਤੁਸੀਂ ਕਹਿ ਦਿੱਤਾ ਚਿਰੰਜੀਵੀ ਭਵ। ਇਹਦਾ ਜਨਮ ਜਿਹੜਾ ਹੋਇਆ ਉਹ ਇਸੇ ਸ਼ਰਤ ਤੇ ਹੋਇਆ ਕਿ ਇਹਦੀ ਉਮਰ ਹੀ 5 ਬਰਸ ਦੀ ਹੈ ਤੇ ਭਗਵਾਨ ਸ਼ਿਵ ਨੇ ਵਰ ਦਿੱਤਾ। ਉਹ ਕਹਿਣ ਲੱਗੇ ਵੀ ਸ਼ਿਵ ਦਾ ਬਚਨ ਤੇ ਸਾਡਾ ਬਚਨ ਦੋਵੇਂ ਕਿਵੇਂ ਮੇਲ ਹੋਣਗੇ। ਸਮੱਸਿਆ ਬਣ ਗਈ। ਸਪਤ ਰਿਸ਼ੀ ਕਹਿੰਦੇ ਚਲੋ ਆਪਾਂ ਆਪਣੇ ਗਲੋਂ ਗਲਾਵਾ ਲਾਣਾ ਤੇ ਬ੍ਰਹਮਾ ਜੀ ਦੇ ਗਲ ਪਾਉਨੇ ਆ ਵੀ ਜੇ ਕਿਤੇ ਸਾਡਾ ਬਚਨ ਪੂਰਾ ਹੋ ਗਿਆ ਤੇ ਸ਼ਿਵਾ ਨੇ ਸਾਡੀ ਜ਼ਿੰਦਗੀ ਸਮਾਪਤ ਕਰ ਦੇਣੀ। ਉਹ ਲੈ ਕੇ ਇਸ ਬਾਲਕ ਨੂੰ ਤੇ ਉਹਦੇ ਪਿਤਾ ਨੂੰ ਬ੍ਰਹਮਾ ਜੀ ਕੋਲ ਚਲੇ ਗਏ। ਬ੍ਰਹਮਾ ਜੀ ਨੇ ਸੇਵਾ ਕੀਤੀ। ਬ੍ਰਹਮਾ ਜੀ ਨੇ ਵੀ ਸੁਭਾਵਕ ਕਹਿ ਦਿੱਤਾ ਬਾਲਕ ਨੂੰ ਚਿਰੰਜੀਵੀ ਭਵ। ਉਹ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਸਾਂਭੋ। ਸਪਤ ਰਿਸ਼ੀ ਤਾਂ ਉੱਥੋਂ ਟੁਰਦੇ ਬੜੇ। ਇਹ ਆਖੇ ਜੀ ਸ਼ਿਵ ਜੀ ਨੇ ਕਿਹਾ ਸੀ ਇਹਦੀ 5 ਸਾਲ ਦੀ ਉਮਰ ਹੈ, ਤੁਸੀਂ ਚਿਰੰਜੀਵੀ ਭਵ ਕਹਿ ਦਿੱਤਾ। ਹੁਣ ਕੇਵਲ 3 ਦਿਨ ਬਾਕੀ ਇਹਦੀ ਉਮਰ ਰਹਿ ਗਈ ਹੈ। 5 ਸਾਲ ਪੂਰੇ ਹੋਣ ਵਿੱਚ 3 ਦਿਨ ਬਾਕੀ ਨੇ। ਬ੍ਰਹਮਾ ਜੀ ਨੇ ਕਿਹਾ ਕਿ ਜੇ ਸ਼ਿਵ ਦਾ ਬਚਨ ਹੈ ਤੇ ਫਿਰ ਸ਼ਿਵ ਦਾ ਬਚਨ ਪੂਰਾ ਕਰਨ ਲਈ ਯਮਰਾਜ ਨੇ ਅੱਗੇ ਆਉਣਾ। ਯਮਰਾਜ ਕੋਲ ਲੈ ਕੇ ਗਏ। ਯਮਰਾਜ ਨੇ ਵੀ ਕਹਿ ਦਿੱਤਾ ਚਿਰੰਜੀਵੀ ਭਵ ਉਸ ਬਾਲਕ ਨੂੰ। ਬਾਲਕ ਸੁੰਦਰ ਹੀ ਇਤਨਾ ਕਿ ਵੇਖਦੇ ਹੀ ਕਹਿਣਾ ਪਵੇ ਜਿਉਂਦਾ ਰਹਿ ਚਿਰੰਜੀਵੀ ਭਵ। ਯਮਰਾਜ ਨੂੰ ਪਤਾ ਲੱਗਾ। ਉਹਨੇ ਆਖਿਆ ਸ਼ਿਵਾ ਨੇ ਤਾਂ ਮੇਰੇ ਪਿੱਛੇ ਤਰਸੂਲ ਲੈ ਕੇ ਆ ਪਹੁੰਚਣਾ। ਇਹ ਹੁਣ ਲੈ ਕੇ ਸ਼ਿਵ ਜੀ ਕੋਲ ਚਲੇ ਗਏ ਤੇ ਸ਼ਿਵਾ ਦੇ ਪੈਰਾਂ ਦੇ ਉੱਤੇ ਉਹਦੇ ਪਿਤਾ ਨੂੰ ਬਾਹਰ ਖੜਾ ਕੀਤਾ। ਅੰਦਰ ਲੈ ਕੇ ਗਏ ਤੇ ਸ਼ਿਵਾ ਦੇ ਪੈਰਾਂ ਦੇ ਉੱਤੇ ਮੱਥਾ ਟਿਕਾਇਆ ਤੇ ਸ਼ਿਵਾ ਨੇ ਵੀ ਕਹਿ ਦਿੱਤਾ ਚਿਰੰਜੀਵੀ ਭਵ। ਉਹਨਾਂ ਆਖਿਆ ਮਹਾਰਾਜ ਹੁਣ ਤੁਹਾਡਾ ਬਚਨ ਹੈ, ਪਹਿਲਾ ਵੀ ਤੇ ਦੂਜਾ ਵੀ। ਪਹਿਲਾਂ ਤੁਸੀਂ ਕਿਹਾ ਸੀ 5 ਸਾਲ, ਹੁਣ ਵੀ ਤੁਸੀਂ ਕਿਹਾ ਚਿਰੰਜੀਵੀ ਭਵ। ਬ੍ਰਹਮਾ ਜੀ ਕਹਦੇ ਮਹਾਰਾਜ ਹੁਣ ਤੁਸੀਂ ਨਿਪਟੋ, ਤੁਸੀਂ ਜਾਣੋ, ਅਸੀਂ ਤੁਹਾਡੇ ਇਸ ਮਸਲੇ ਚੋਂ ਬਾਹਰ ਹੋ ਗਏ। ਉਹ ਕਹਿਣ ਲੱਗੇ ਮੈਂ 5 ਬਰਸ ਦੀ ਉਮਰ ਕਹੀ ਹੈ, 5 ਹੀ ਰਹੇਗੀ, ਇਹ ਨਹੀਂ ਵਧੇ ਘਟੇਗੀ। ਹੁਣ 5 ਬਰਸ ਦੀ ਉਮਰ ਦਾ ਮਤਲਬ 5 ਬਰਸ ਹੀ ਹੈ। ਉਹ ਕਹਿਣ ਲੱਗੇ ਮਹਾਰਾਜ ਹੁਣੇ ਤੁਸੀਂ ਚਿਰੰਜੀਵੀ ਭਵ ਕਿਹਾ, 5 ਬਰਸ ਹੋਣ ਵਿੱਚ ਸਿਰਫ 3 ਦਿਨ ਬਾਕੀ ਰਹਿ ਗਏ ਨੇ। ਬਸ ਹੁਣ 3 ਦਿਨਾਂ ਬਾਅਦ ਤਾਂ 5 ਸਾਲ। ਕਹਿੰਦੇ ਮੈਂ 5 ਬਰਸ ਆਪਣੇ ਹਿਸਾਬ ਨਾਲ ਕਹੇ ਨੇ। ਮੇਰੇ 1 ਸਾਲ ਵਿੱਚ 4 ਯੁੱਗ ਬੀਤ ਜਾਣ ਤੇ 1 ਕਲਪ ਹੁੰਦਾ ਹੈ ਤੇ ਐਸੇ 100 ਸਾਲ ਬੀਤ ਜਾਣ ਤੇ ਬ੍ਰਹਮਾ ਜੀ ਦਾ 1 ਦਿਨ ਬਤੀਤ ਹੁੰਦਾ ਤੇ ਬ੍ਰਹਮਾ ਜੀ ਦੀ 100 ਸਾਲ ਦੀ ਆਯੂ ਹੋਵੇ ਤੇ ਮੇਰਾ 1 ਦਿਨ ਬਤੀਤ ਹੁੰਦਾ ਤੇ ਮੇਰੇ 5 ਸਾਲ ਜਦੋਂ ਪੂਰੇ ਹੋਣਗੇ ਉਹਦੇ ਵਿੱਚ ਕਰੋੜਾਂ ਸੈਂਕੜੇ ਵਾਰੀ ਬ੍ਰਹਮਾ ਜੀ ਬਣਨਗੇ, ਬਿਨਸਣਗੇ। ਉਤਨੀ ਉਮਰ ਮਾਰਕੰਡੇ ਦੀ ਹੋਈ ਆ। 5 ਸਾਲ ਮੇਰੇ ਹਿਸਾਬ ਨਾਲ ਨੇ, ਨਾ ਕਿ ਮਾਤ ਲੋਕ ਦੀ ਧਰਤੀ ਦੇ ਮੁਤਾਬਕ ਨੇ।
ਇਹ ਕਹਾਣੀ ਸੁਣਾਉਣ ਦਾ ਤਾਤਪਰ ਜਿਸ ਲਈ ਹੈ, ਹੁਣ ਕੋਈ ਆਖੇ ਜੀ ਇਹ ਪੁਰਾਣਕ ਕਹਾਣੀਆਂ ਨੇ, ਜੇਕਰ ਗੁਰਬਾਣੀ ਵਿੱਚ ਇਹਦਾ ਆਇਆ ਤੇ ਅਨੁਵਾਦ ਤਾਂ ਕਰਨਾ ਪਵੇਗਾ। ਲੰਮੀ ਆਯੂ ਜਦੋਂ ਐਨ 2 ਦਿਨ 3 ਦਿਨ ਦੀ ਉਮਰ ਬਾਕੀ ਰਹਿ ਗਈ, ਉਸ ਵੇਲੇ ਹਮੇਸ਼ਾ ਜਦੋਂ ਸਾਧਨਾ ਸਿਖਰ ਤੇ ਪਹੁੰਚਦੀ ਆ ਨਾ, ਉਦੋਂ ਇਤਨੀ ਗੁਰੂ ਕਿਰਪਾ ਹੋਵੇ, ਗੁਰੂ ਕਰਨਾ ਹੋਵੇ, ਤਦੇ ਕਲਾ ਵਰਤਦੀ ਹੈ, ਕਿਉਂਕਿ ਉਸ ਵੇਲੇ ਆਰ ਪਾਰ ਦੀ ਖੇਡ ਬਣ ਜਾਂਦੀ ਹੈ ਤੇ ਉਸ ਵਕਤ ਫਿਰ ਗੁਰੂ ਦੀ ਕਰਨਾ ਵਰਤ ਜਾਂਦੀ ਹੈ। ਤੇ ਜਦੋਂ ਆਪਣੇ ਮਾਲਕ ਦੇ ਦਰ ਦੇ ਉੱਤੇ ਆਣ ਪਈਏ ਨਾ, ਪੂਰਨ ਤੌਰ ਤੇ ਭਰੋਸਾ ਯਕੀਨ ਰੱਖ ਕੇ, ਤੇ ਫਿਰ ਮਹਾਰਾਜ ਜੀ ਵੇਖਦੇ ਆ ਇਹਦੇ ਅੰਦਰ ਕਿਤਨੀ ਸਹਿਨਸ਼ੀਲਤਾ ਹੈ, ਕਿਤਨਾ ਟਿਕਾ ਹੈ, ਕਿਤਨੀ ਕੁ ਅਡੋਲਤਾ ਹੈ। ਤੇ ਜਿਸ ਦਿਨ ਵੇਖ ਲੈਂਦੇ ਨੇ ਵੀ ਹਾਂ ਹੁਣ ਇਹਦੇ ਅੰਦਰ ਅਡੋਲਤਾ ਦਾ ਸਿਖਰ ਹੈ, ਇਹ ਡੋਲਣ ਵਾਲਾ ਨਹੀਂ, ਉਸੇ ਦਿਨ ਮਾਲਕ ਨੂੰ ਲਾਜ ਆ ਜਾਂਦੀ, ਆਪਣੇ ਸ਼ਰਨ ਆਏ ਨੂੰ ਘੁੱਟ ਕੇ ਆਪਣੇ ਕੰਠ ਨਾਲ ਲਾ ਲੈਂਦੇ ਹਨ। ਹਾਂਜੀ। ਭੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹੋ। ਇਹ ਪੋਹ ਦਾ ਮਹੀਨਾ ਉਹਨਾਂ ਲਈ ਸੁਹੰਦਾ ਸੋਭਨੀਕ ਹੈ ਔਰ ਉਹਨਾਂ ਲਈ ਸਰਬ ਸੁਖਦਾਇਕ ਹੈ, ਜਿਸ ਨੂੰ ਬੇਪਰਵਾਹ ਅਕਾਲ ਪੁਰਖ ਪਰਮੇਸ਼ਰ ਆਪ ਬਖਸ਼ੰਦ ਹਰੀ ਬਖਸ਼ ਲਵੇ। ਉਹਨਾਂ ਲਈ ਇਹ ਮਹੀਨਾ ਸੁਖਦਾਈ ਹੈ। ਗੁਰਦੇਵ ਕਿਰਪਾ ਕਰਨ, ਸਤਿਗੁਰਾਂ ਦੀ ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਭਜਨ ਕਰਦਿਆਂ ਪੋਹ ਦਾ ਇਹ ਮਹੀਨਾ ਸੁੱਖਾਂ ਦਾ ਬਤੀਤ ਹੋਵੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਲਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।